Good morning students, welcome to online class of business studies of +2 commerce। ਅੱਜ ਦਾ ਸਾਡਾ ਟੌਪਿਕ ਹੈ ਇੰਪੋਰਟੈਂਸ ਆਫ ਡੈਲੀਗੇਸ਼ਨ। ਜਿਹੜੀ ਆਪਾਂ ਡੈਲੀਗੇਸ਼ਨ ਕਰਦੇ ਆ, ਰਿਸਪੌਂਸਿਬਿਲਿਟੀ ਦੇ ਕੇ ਅਥਾਰਟੀਜ਼ ਪ੍ਰੋਵਾਈਡ ਕਰਦੇ ਆ, ਉਹਦੀ ਕੀ ਇੰਪੋਰਟੈਂਸ ਹੈ। ਸਭ ਤੋਂ ਪਹਿਲਾਂ ਹੈ ਰਿਲੀਵਿੰਗ ਟੌਪ ਐਗਜ਼ੀਕਿਊਟਿਵਸ। ਇਹਦਾ ਮਤਲਬ ਹੈ ਜਿਹੜੇ ਟੌਪ ਲੈਵਲ ਤੇ ਪਰਸਨਸ ਹੁੰਦੇ ਨੇ ਉਹ ਹਰ ਚੀਜ਼ ਨੂੰ ਸੁਪਰਵਾਈਜ਼ ਨਹੀਂ ਕਰ ਸਕਦੇ, ਹਰ ਚੀਜ਼ ਦੀ ਨਿਗਰਾਨੀ ਉਹ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਕੋਲ ਹੋਰ ਵੀ ਬਹੁਤ ਸਾਰੇ ਇੰਪੋਰਟੈਂਟ ਕੰਮ ਨੇ, ਜਿਵੇਂ ਕਿ ਪਲੈਨਿੰਗ ਐਂਡ ਕੰਟਰੋਲਿੰਗ ਕਰਨਾ। ਤਾਂ ਇਸ ਕਰਕੇ ਡੈਲੀਗੇਸ਼ਨ ਜਿਹੜੀ ਹੈ ਉਹ ਟੌਪ ਐਗਜ਼ੀਕਿਊਟਿਵਸ ਨੂੰ ਉਹਨਾਂ ਦੇ ਬਰਡਨ ਤੋਂ ਰਿਲੀਵ ਕਰ ਦਿੰਦੀ ਹੈ, ਕਿਉਂਕਿ ਆਪਣੀ ਰਿਸਪੌਂਸਿਬਿਲਿਟੀ ਅੱਗੇ ਸ਼ਿਫਟ ਕਰ ਦਿੰਦੇ ਆ। ਨੈਕਸਟ ਇਜ਼ ਇੰਪਰੂਵਡ ਫੰਕਸ਼ਨਿੰਗ। ਅਗਰ ਆਪਾਂ ਡੈਲੀਗੇਸ਼ਨ ਨਹੀਂ ਕਰਦੇ ਤਾਂ ਕੁਝ ਲੋਕਾਂ ਤੇ ਬਰਡਨ ਬਹੁਤ ਜ਼ਿਆਦਾ ਆ ਸਕਦਾ ਔਰ ਕੁਝ ਫ੍ਰੀ ਰਹਿ ਸਕਦੇ ਹੈ। ਤੇ ਡੈਲੀਗੇਸ਼ਨ ਸਾਨੂੰ ਇਸ ਚੀਜ਼ ਨੂੰ ਬੈਲੈਂਸ ਕਰਨ 'ਚ ਹੈਲਪ ਕਰਦੀ ਹੈ ਕਿ ਆਪਾਂ ਪ੍ਰੋਪਰ ਕੰਮ ਦੀ ਡਿਵੀਜ਼ਨ ਕਰ ਦਿੰਦੇ ਆ, ਨਾ ਕਿਸੇ ਤੇ ਓਵਰ ਬਰਡਨ ਆਉਂਦਾ ਔਰ ਨਾ ਹੀ ਕੋਈ ਅੰਡਰ ਬਰਡਨ ਰਹਿੰਦਾ। ਨੈਕਸਟ ਇਜ਼ ਯੂਜ਼ ਆਫ ਸਪੈਸ਼ਲਿਸਟ। ਡੈਲੀਗੇਸ਼ਨ ਜਿਹੜੀ ਹੈ ਉਹ ਆਪਾਂ ਨੂੰ ਇਸ ਚੀਜ਼ ਲਈ ਏਬਲ ਕਰ ਦਿੰਦੀ ਕਿ ਆਪਾਂ ਸਪੈਸ਼ਲਿਸਟ ਨੂੰ ਯੂਜ਼ ਕਰੀਏ ਡਿਫਰੈਂਟ ਫੰਕਸ਼ਨਸ ਨੂੰ ਪਰਫਾਰਮ ਕਰਨ ਲਈ। ਜਿਵੇਂ ਕਿ ਆਪਾਂ ਪ੍ਰੋਡਕਸ਼ਨ ਮੈਨੇਜਰ ਨੂੰ ਕਿਹੜਾ ਟਾਸਕ ਪ੍ਰੋਵਾਈਡ ਕਰਾਂਗੇ, ਪ੍ਰੋਡਕਸ਼ਨ ਦਾ। ਸੇਲਸ ਮੈਨੇਜਰ ਨੂੰ ਆਪਾਂ ਕੰਮ ਦੇਵਾਂਗੇ, ਸੇਲਸ ਡਿਪਾਰਟਮੈਂਟ ਦਾ। ਲਾਇਰ ਜਿਹੜਾ ਹੈ ਉਹ ਸਿਰਫ ਦੇਖੇਗਾ ਆਪਣੇ ਲੀਗਲ ਮੈਟਰਸ ਨੂੰ। ਸੋ ਇਸ ਤਰ੍ਹਾਂ ਹਰ ਬੰਦਾ ਇੱਕ ਆਪਣੇ ਪਰਟੀਕੂਲਰ ਕੰਮ ਨੂੰ ਮਤਲਬ ਸੀ ਕਰੇਗਾ ਜਾਂ ਸੁਪਰਵਾਈਜ਼ ਕਰੇਗਾ। ਨੈਕਸਟ ਇਜ਼ ਹੈਲਪਸ ਇਨ ਇੰਪਲੋਈ ਡਿਵੈਲਪਮੈਂਟ। ਜਦੋਂ ਆਪਾਂ ਸੁਬੋਰਡੀਨੇਟਸ ਨੂੰ ਕੰਮ ਉਹਨਾਂ ਦਾ ਸੌਂਪ ਦਿੰਦੇ ਆ ਤਾਂ ਹੁਣ ਉਹ ਕੰਮ ਨੂੰ ਪੂਰਾ ਕਰਨ ਲਈ ਆਪਣਾ ਇਨੀਸ਼ੀਏਟਿਵ ਵੀ ਯੂਜ਼ ਕਰਦੇ ਆ ਔਰ ਆਪਣਾ ਐਕਸਪੀਰੀਅੰਸ ਵੀ ਯੂਜ਼ ਕਰਦੇ ਆ, ਤਾਂ ਇਹਦੇ ਨਾਲ ਇੰਪਲੋਈਜ਼ ਦੀ ਡਿਵੈਲਪਮੈਂਟ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਨੈਕਸਟ ਇਜ਼ ਹੈਲਪਸ ਇਨ ਐਕਸਪੈਂਸ਼ਨ ਐਂਡ ਡਾਇਵਰਸੀਫਿਕੇਸ਼ਨ। ਆਪਾਂ ਜਦੋਂ ਬਿਜ਼ਨਸ ਨੂੰ ਐਕਸਪੈਂਡ ਕਰਨਾ ਹੋਵੇ ਜਾਂ ਡਾਇਵਰਸੀਫਾਈ ਕਰਨਾ ਹੋਵੇ ਤਾਂ ਸਾਨੂੰ ਹੋਰ ਜ਼ਿਆਦਾ ਪਰਸਨਸ ਦੀ ਜ਼ਰੂਰਤ ਪੈਂਦੀ ਹੈ। ਜਦੋਂ ਆਪਾਂ ਆਪਣੇ ਸੁਬੋਰਡੀਨੇਟਸ ਨੂੰ ਕੰਮ ਪ੍ਰੋਵਾਈਡ ਕਰਦੇ ਆ, ਡੈਲੀਗੇਟ ਕਰਦੇ ਆ, ਤਾਂ ਫਿਰ ਉਹ ਪ੍ਰਿਪੇਅਰ ਹੋ ਜਾਂਦੇ ਨੇ ਇੰਪੋਰਟੈਂਟ ਨਵੇਂ ਕੰਮਾਂ ਨੂੰ ਵੀ ਉਹਦੀ ਜ਼ਿੰਮੇਵਾਰੀ ਚੁੱਕਣ ਲਈ। ਤਾਂ ਅਗਰ ਆਪਾਂ ਉਹਨਾਂ ਨੂੰ ਪਹਿਲਾਂ ਪ੍ਰਿਪੇਅਰ ਨਹੀਂ ਕਰਾਂਗੇ ਤਾਂ ਅੱਗੇ ਚੱਲ ਕੇ ਆਪਾਂ ਇੱਕਦਮ ਉਹਨਾਂ ਨੂੰ ਜ਼ਿਆਦਾ ਕੰਮ ਨਹੀਂ ਸੌਂਪ ਪਾਵਾਂਗੇ। ਤਾਂ ਇਹ ਚੀਜ਼ ਉਹਨਾਂ ਨੂੰ ਫਿਊਚਰ ਲਈ ਪ੍ਰਿਪੇਅਰ ਕਰਦੀ ਹੈ ਔਰ ਬਿਜ਼ਨਸ ਨੂੰ ਐਕਸਪੈਂਡ ਕਰਨ 'ਚ ਹੈਲਪ ਕਰਦੀ ਹੈ। ਨੈਕਸਟ ਇਜ਼ ਬੈਟਰ ਕੋਆਰਡੀਨੇਸ਼ਨ। ਡੈਲੀਗੇਸ਼ਨ ਜਿਹੜੀ ਹੈ ਉਹਦੇ ਨਾਲ ਆਪਾਂ ਪ੍ਰੋਪਰ ਹਰ ਕਿਸੇ ਦੀ ਰਿਸਪੌਂਸਿਬਿਲਿਟੀ ਡਿਫਾਈਨ ਕਰ ਦਿੰਦੇ ਆ ਔਰ ਉਹਨੂੰ ਉਹਦੇ ਅਕੋਰਡਿੰਗ ਅਥਾਰਟੀਜ਼ ਵੀ ਪ੍ਰੋਵਾਈਡ ਕਰ ਦਿੰਦੇ ਆ। ਹੁਣ ਹਰ ਪਰਸਨ ਨੂੰ ਕਲੀਅਰ ਹੁੰਦਾ ਕਿ ਉਹਨੇ ਕਿਹੜਾ ਕੰਮ ਪਰਫਾਰਮ ਕਰਨਾ ਹੈ। ਉਹਦੇ ਨਾਲ ਕੋਈ ਕੰਮ 'ਚ ਡੁਪਲੀਕੇਸ਼ਨ ਹੋਣ ਦੇ ਚਾਂਸਸ ਨਹੀਂ ਹੁੰਦੇ, ਕੋਈ ਕੰਮ ਖਰਾਬ ਹੋਣ ਦੇ ਚਾਂਸਸ ਨਹੀਂ ਹੁੰਦੇ ਔਰ ਇੰਪਲੋਈਜ਼ ਦੀ ਆਪਸ 'ਚ ਕੋਆਰਡੀਨੇਸ਼ਨ ਵੀ ਵਧੀਆ ਬਣੀ ਰਹਿੰਦੀ ਹੈ ਔਰ ਆਪਾਂ ਨੂੰ ਰਿਜ਼ਲਟਸ ਵੀ ਆਪਣੇ ਅਚੀਵ ਹੋ ਜਾਂਦੇ ਆ। ਨੈਕਸਟ ਇਜ਼ ਮੋਟੀਵੇਸ਼ਨ ਆਫ ਇੰਪਲੋਈਜ਼। ਜਦੋਂ ਸੁਪੀਰੀਅਰ ਆਪਣੇ ਸੁਬੋਰਡੀਨੇਟ ਨੂੰ ਅਥਾਰਟੀਜ਼ ਐਂਡ ਰਿਸਪੌਂਸਿਬਿਲਿਟੀ ਪ੍ਰੋਵਾਈਡ ਕਰਦਾ ਹੈ, ਇਟ ਮੀਨਸ ਉਹ ਆਪਣੇ ਸੁਬੋਰਡੀਨੇਟ 'ਚ ਆਪਣਾ ਕੌਨਫੀਡੈਂਸ ਸ਼ੋ ਕਰਦਾ ਹੈ। ਤਾਂ ਜਿਹੜਾ ਸੁਬੋਰਡੀਨੇਟ ਵੀ ਹੈ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਬੌਸ ਦੇ ਕੌਨਫੀਡੈਂਸ ਨੂੰ ਅੱਗੇ ਵੀ ਬਣਾਈ ਰੱਖਣਾ। ਤਾਂ ਇਹ ਚੀਜ਼ ਉਹਨੂੰ ਮੋਟੀਵੇਟ ਕਰਦੀ ਹੈ ਤੇ ਉਹ ਆਪਣੇ ਵੱਲੋਂ ਦੀ ਬੈਸਟ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹਦੇ ਬੌਸ ਦਾ ਕੌਨਫੀਡੈਂਸ ਅੱਗੇ ਵੀ ਉਹਦੇ ਤੇ ਬਣਿਆ ਰਹੇ। ਨੈਕਸਟ ਟੌਪਿਕ ਹੈ ਬੈਰੀਅਰਸ ਇਨਵੋਲਵਡ ਇਨ ਡੈਲੀਗੇਸ਼ਨ ਆਫ ਅਥਾਰਟੀ। ਜਦੋਂ ਆਪਾਂ ਅਥਾਰਟੀ ਡੈਲੀਗੇਟ ਕਰਨੀ ਹੁੰਦੀ ਹੈ ਤਾਂ ਉਸ ਟਾਈਮ ਤੇ ਕੁਝ ਬੈਰੀਅਰਸ ਮਤਲਬ ਕੁਝ ਰੁਕਾਵਟਾਂ ਆਉਂਦੀਆਂ ਨੇ ਜੋ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਫਰਸਟ ਹੈ ਓਵਰ ਕੌਨਫੀਡੈਂਸ ਆਫ ਸੁਪੀਰੀਅਰ। ਕਈ ਵਾਰੀ ਜਿਹੜਾ ਹੈਡ ਹੁੰਦਾ ਹੈ ਉਹਦੀ ਸੋਚ ਇਹ ਹੁੰਦੀ ਹੈ ਕਿ ਮੇਰੇ ਸੁਬੋਰਡੀਨੇਟਸ ਇਹ ਕੰਮ ਨੂੰ ਪ੍ਰੋਪਰਲੀ ਕਰ ਹੀ ਨਹੀਂ ਪਾਣਗੇ, ਉਹ ਡਿਸੀਜ਼ਨ ਸਹੀ ਨਹੀਂ ਲੈ ਪਾਣਗੇ। ਉਹਨੂੰ ਸਿਰਫ ਆਪਣੇ ਆਪ ਤੇ ਕੌਨਫੀਡੈਂਸ ਹੁੰਦਾ ਹੈ ਕਿ ਇਹ ਕੰਮ ਤਾਂ ਮੈਂ ਹੀ ਦੇਖ ਸਕਦਾ, ਉਹ ਨਹੀਂ ਕਰ ਪਾਣਗੇ, ਮੈਨੂੰ ਹੀ ਦੇਖਣਾ ਪੈਣਾ ਤਾਂ ਹੀ ਕੰਮ ਪੂਰਾ ਹੋਏਗਾ। ਤਾਂ ਇਸ ਕੇਸ 'ਚ ਉਹ ਪ੍ਰੋਪਰ ਡੈਲੀਗੇਸ਼ਨ ਕਦੀ ਵੀ ਅੱਗੇ ਨਹੀਂ ਕਰੇਗਾ। ਸੈਕਿੰਡ ਪੁਆਇੰਟ ਹੈ ਲੈਕ ਆਫ ਕੌਨਫੀਡੈਂਸ ਇਨ ਸੁਬੋਰਡੀਨੇਟਸ। ਸੁਪੀਰੀਅਰ ਜਿਹੜਾ ਹੈ ਹੋ ਸਕਦਾ ਹੈ ਕਿ ਉਹਦੀ ਸੋਚ ਇਹ ਹੋਵੇ ਕਿ ਮੇਰਾ ਸਟਾਫ, ਮੇਰੇ ਸੁਬੋਰਡੀਨੇਟਸ ਕੰਪੀਟੈਂਟ ਨਹੀਂ ਹੈ, ਮਤਲਬ ਉਹ ਕੰਮ ਨੂੰ ਕਰਨ ਦੇ ਕਾਬਿਲ ਹੀ ਨਹੀਂ ਹੈ। ਤਾਂ ਇਹ ਸੋਚ ਵੀ ਜਿਹੜੀ ਹੈ ਉਹਨੂੰ ਡੈਲੀਗੇਸ਼ਨ ਆਫ ਅਥਾਰਟੀ ਨਹੀਂ ਕਰਨ ਦੇਗੀ। ਥਰਡ ਵਨ ਇਜ਼ ਲੈਕ ਆਫ ਐਬਿਲਿਟੀ ਇਨ ਸੁਪੀਰੀਅਰ। ਕਈ ਵਾਰ ਸੁਪੀਰੀਅਰ 'ਚ ਇਹ ਐਬਿਲਿਟੀ ਹੀ ਨਹੀਂ ਹੁੰਦੀ ਕਿ ਉਹ ਪ੍ਰੋਪਰ ਡੈਲੀਗੇਸ਼ਨ ਕਰ ਸਕੇ, ਉਹ ਫਾਈਂਡ ਆਊਟ ਕਰ ਸਕੇ ਕਿ ਕਿਹੜੇ ਕੰਮ ਲਈ ਮੈਨੂੰ ਅੱਗੇ ਡੈਲੀਗੇਸ਼ਨ ਦੀ ਜ਼ਰੂਰਤ ਹੈ। ਜਦੋਂ ਉਹਨੂੰ ਖੁਦ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਹੋਏਗੀ ਤਾਂ ਵੀ ਉਹ ਡੈਲੀਗੇਸ਼ਨ ਨਹੀਂ ਕਰ ਪਾਏਗਾ। ਫੋਰਥ ਹੈ ਲੈਕ ਆਫ ਪ੍ਰੋਪਰ ਕੰਟਰੋਲ। ਆਪਾਂ ਨੂੰ ਬਿਜ਼ਨਸ 'ਚ ਪ੍ਰੋਪਰ ਕੰਟਰੋਲਿੰਗ ਟੈਕਨੀਕਸ ਚਾਹੀਦੀਆਂ। ਅਗਰ ਟੈਕਨੀਕਸ ਹੋਣਗੀਆਂ ਤਾਂ ਹੀ ਮੈਨੇਜਰਸ ਜਿਹੜੇ ਨੇ ਆਪਣੇ ਸੁਬੋਰਡੀਨੇਟਸ ਨੂੰ ਕੰਟਰੋਲ ਕਰ ਪਾਣਗੇ, ਤੇ ਜੇ ਪ੍ਰੋਪਰ ਟੈਕਨੀਕਸ ਨਹੀਂ ਬਣਾਈਆਂ ਜਾਣਗੀਆਂ ਤਾਂ ਕੰਟਰੋਲ ਕਰਨਾ ਪੋਸੀਬਲ ਨਹੀਂ ਹੈ। ਜਿਵੇਂ ਪ੍ਰੋਪਰ ਬਜਟਸ ਬਣਾ ਕੇ ਚੱਲਣਾ, ਕਾਸਟ ਨੂੰ ਲੈ ਕੇ ਟਾਰਗੇਟ ਫਿਕਸ ਕਰਕੇ ਚੱਲਣਾ ਕਿ ਕਾਸਟ ਕਿੰਨੀ ਆਣੀ ਚਾਹੀਦੀ। ਜਦੋਂ ਤੱਕ ਇਹ ਟਾਰਗੇਟ ਹੋਣਗੇ ਤਾਂ ਹੀ ਆਪਾਂ ਆਪਣੇ ਸੁਬੋਰਡੀਨੇਟਸ ਦੀ ਐਕਚੁਅਲ ਪਰਫਾਰਮੈਂਸ ਨੂੰ ਜਿਹੜੇ ਟਾਰਗੇਟ ਫਿਕਸ ਕੀਤੇ ਹੋਣਗੇ ਉਹਨਾਂ ਨਾਲ ਕੰਪੇਅਰ ਕਰਕੇ ਡਿਸਾਈਡ ਕਰ ਪਾਵਾਂਗੇ ਕੰਮ ਸਹੀ ਹੋਇਆ ਕਿ ਨਹੀਂ ਹੋਇਆ।
ਤਾਂ ਜਦੋਂ ਪ੍ਰੋਪਰ ਟੈਕਨੀਕਸ ਨਹੀਂ ਹੋਣਗੀਆਂ ਕੰਟਰੋਲ ਕਰਨ ਦੀਆਂ ਤਾਂ ਫਿਰ ਸੁਪੀਰੀਅਰ ਜਿਹੜਾ ਸੁਬੋਰਡੀਨੇਟਸ ਨੂੰ ਡੈਲੀਗੇਸ਼ਨ नहीं करेगा अथॉरिटी दी, क्योंकि फिर उन्होंने लगेगा कि मैं प्रॉपर कंट्रोल नहीं कर पाऊंगा। नैक्सट इज लैक ऑफ प्रॉपर टेंपरामेंट ऑफ सुपीरियर। जिहड़ा हैड है हो सकता है कि वो बहुत कॉशियस नेचर का होवे कि वो रिस्क उठाना ही नहीं चाहता कि मैं अपने सुबॉर्डिनेट्स नूं काम देवां। वो सोचेगा कि मैं ही काम कर लेना, वो ज्यादा बेटर है। तो फिर अगर वो इस चीज नूं लैके ओवर कॉशियस होएगा तो वो अगे डेलीगेशन ऑफ अथॉरिटी नहीं करेगा। लास्ट वन इज इनएबिलिटी ऑफ सुबॉर्डिनेट्स। सम टाइम ऐसा होता है कि साडे सुबॉर्डिनेट्स इन्ने काबिल नहीं होंदे कि वो रिस्पॉन्सिबिलिटी उठा सकन या उन्होंने अथॉरिटीज प्रोवाइड कीतियां जा सकन। तो इस केस च भी जिहड़ी डेलीगेशन ऑफ अथॉरिटी और प्रॉपर ऑर्गेनाइजेशन दे विच नहीं हो पाएगी। सो स्टूडेंट्स, दैट्स इट फॉर टुडे। थैंक यू एंड हैव अ नाइस डे।